ਇਹ ਸਾਖੀ ਰਾਜੇ ਜਨਕ ਦੀ ਹੈ। ਮਿਥਿਲਾਪੁਰੀ ਦਾ ਰਾਜਾ ਜਨਕ ਆਪਣੇ ਸ਼ਰਧਖਾਨਿਆਂ ਵਿੱਚ ਆਰਾਮ ਨਾਲ ਸੌਂ ਰਿਹਾ ਸੀ। ਉਸ ਨੂੰ ਸੁਪਨਾ ਆਇਆ ਕਿ ਕੋਈ ਦੂਜਾ ਰਾਜਾ ਮੇਰੇ ਰਾਜ 'ਤੇ ਚੜ੍ਹ ਕੇ ਆ ਗਿਆ ਹੈ। ਸੁਪਨੇ ਵਿੱਚ ਹੀ ਵੈਰੀ ਰਾਜੇ ਨੇ ਰਾਜੇ ਜਨਕ ਨੂੰ ਜਿੱਤ ਲਿਆ। ਰਾਜ ਕਾਜ ਆਪਣੇ ਕਬਜ਼ੇ ਵਿੱਚ ਕਰਕੇ ਇਸ ਨੂੰ ਸਜ਼ਾ ਦਿੱਤੀ। ਸਾਰੀ ਪ੍ਰਜਾ ਦੇ ਲੋਕਾਂ ਤੋਂ ਨਿਰਾਦਰ ਵੀ ਕਰਵਾਇਆ। ਤੱਤੇ ਰੇਤ ਤੇ ਘਸੀਟਿਆ। ਫਿਰ ਇਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਥੱਕਿਆ ਟੁੱਟਿਆ ਭੁੱਖ ਦਾ ਸਤਾਇਆ ਹੋਇਆ ਹਰਿਦੁਆਰ ਪਹੁੰਚਿਆ। ਇੱਕ ਖੇਤਰ ਵਿੱਚ ਗਿਆ ਤਾਂ ਭੰਡਾਰੀ ਨੇ ਕਿਹਾ ਕਿ ਕੋਈ ਭਾਂਡਾ ਲੈ ਕੇ ਆ। ਉਸ ਖੇਤਰ ਵਿੱਚ ਖਿਚੜੀ ਵਰਤ ਰਹੀ ਸੀ, ਪਰ ਇਸ ਕੋਲ ਕੋਈ ਪੈਸਾ ਨਹੀਂ ਸੀ ਜਿਸ ਦਾ ਕੋਈ ਇਹ ਬਰਤਨ ਖਰੀਦ ਸਕੇ। ਇਸ ਨੇ ਮੰਗ ਕੇ 2 ਪੈਸੇ ਪ੍ਰਾਪਤ ਕੀਤੇ। ਫਿਰ 2 ਪੈਸਿਆਂ ਦਾ ਘੁਮਿਆਰ ਬਰਤਨ ਨਾ ਦੇਵੇ। ਅਖੀਰ ਇੱਕ ਬਰਤਨ ਨਿਕੰਮਾ ਜਾਣ ਕੇ ਦੇ ਦਿੱਤਾ। ਜਦੋਂ ਬਰਤਨ ਲੈ ਕੇ ਖੇਤਰ ਵਿੱਚ ਗਿਆ ਤਾਂ ਅੱਗੇ ਖਿਚੜੀ ਸੀ ਜਿਹੜੀ ਉਹ ਵਰਤ ਚੁੱਕੀ ਸੀ। ਰਾਜਾ ਬੜਾ ਕੁਰਲਾਇਆ ਕਿ ਮੈਂ ਬਹੁਤ ਭੁੱਖਾ ਹਾਂ। ਲਾਂਗਰੀ ਨੇ ਤਰਸ ਖਾ ਕੇ ਕੁਝ ਖਿਚੜੀ ਬਰਤਨ ਨਾਲੋਂ ਖੁਰਚ ਕੇ ਦੇ ਦਿੱਤੀ ਤੇ ਨਾਲ ਚਮਚਾ ਘਿਓ ਦਾ ਵੀ ਪਾ ਦਿੱਤਾ। ਜਦੋਂ ਖੇਤਰ ਤੋਂ ਦੂਰ ਬੈਠ ਕੇ ਖਾਣ ਲੱਗਾ ਤਾਂ ਉਧਰੋਂ 2 ਝੋਟੇ ਲੜਦੇ ਇਹਦੇ ਉੱਪਰ ਆ ਚੜੇ। ਝੋਟਿਆਂ ਦੀ ਫੇਟ ਦੇ ਨਾਲ ਖਿਚੜੀ ਕਿਤੇ ਤੇ ਰਾਜਾ ਕਿਤੇ। ਬਰਤਨ ਟੁੱਟ ਕੇ ਖਿਚੜੀ ਰੇਤ ਵਿੱਚ ਮਿਲ ਗਈ। ਘਬਰਾਏ ਹੋਏ ਰਾਜੇ ਦੀਆਂ ਚੀਕਾਂ ਨਿਕਲ ਗਈਆਂ। ਉਸੇ ਚੀਕ ਦੇ ਨਾਲ ਰਾਜੇ ਦੀ ਜਾਗ ਵੀ ਖੁੱਲ੍ਹ ਗਈ। ਐਸਾ ਭਰਮ ਦਾ ਚੱਕਰ ਆਇਆ ਕਿ ਰਾਜੇ ਨੂੰ ਇਹ ਪਤਾ ਨਾ ਲੱਗੇ ਕਿ ਮੈਨੂੰ ਹੁਣ ਸੁਪਨਾ ਸ਼ੁਰੂ ਹੋਇਆ ਹੈ ਜਾਂ ਭਿਖਾਰੀ ਬਣਨ ਦਾ ਸੁਪਨਾ ਸੱਚਾ ਸੀ। ਨਿਰਣਾ ਨਾ ਹੋਵੇ ਦੋਵਾਂ ਵਿੱਚੋਂ ਸੱਚਾ ਕਿਹੜਾ ਹੈ। ਸਵੇਰੇ ਸਿੰਘਾਸਣ 'ਤੇ ਬੈਠਦਿਆਂ ਵਿਦਵਾਨ ਰਿਸ਼ੀ ਮੁਨੀ ਬੁਲਾ ਕੇ ਪ੍ਰਸ਼ਨ ਕੀਤਾ ਕਿ ਇਹ ਸੱਚ ਕਿ ਉਹ ਸੱਚ। ਬਸ ਇਤਨਾ ਸ਼ਬਦ ਕਹੇ, ਆਪਣਾ ਸੁਪਨਾ ਨਾ ਕਿਸੇ ਨੂੰ ਦੱਸੇ। ਹਰ ਵਿਦਵਾਨ ਤੋਂ ਇਹੀ ਸਵਾਲ ਪੁੱਛੇ, ਉਸ ਦਾ ਉੱਤਰ ਨਾ ਮਿਲਣ ਤੇ ਅਨੇਕਾਂ ਵਿਦਵਾਨ ਰਿਸ਼ੀ ਮੁਨੀ ਉਸ ਰਾਜੇ ਨੇ ਕੈਦ ਕਰ ਲਏ। ਉਹਨਾਂ ਵਿੱਚ ਅਸ਼ਟਾਵਕਰ ਦਾ ਪਿਤਾ ਕੋਹਲ ਰਿਸ਼ੀ ਵੀ ਸੀ। ਉਹਨੂੰ ਵੀ ਕੈਦ ਕਰ ਲਿਆ। ਅਸ਼ਟਾਵਕਰ ਨਾਨਕੇ ਪੜ੍ਹਦਾ ਸੀ। ਬੱਚਿਆਂ ਦੇ ਮਖੌਲ ਕਰਨ ਤੇ ਇੱਕ ਸਿਆਣੇ ਬੱਚੇ ਦੇ ਮੂੰਹੋਂ ਨਿਕਲਿਆ ਕਿ ਇਸ ਦਾ ਵਿਚਾਰੇ ਦਾ ਜਿਹੜਾ ਪਿਤਾ ਹੈ ਉਹ ਤੇ ਕੈਦ ਵਿੱਚ ਹੈ, ਇਹ ਤੋਂ ਬੜਾ ਦੂਰ ਹੈ, ਇਹਨੂੰ ਨਾ ਸਤਾਵੋ। ਇੰਨੀ ਗੱਲ ਜਦੋਂ ਅਸ਼ਟਾਵਕਰ ਨੇ ਸੁਣੀ ਤੇ ਮਨ ਵਿੱਚ ਪਿਤਾ ਨੂੰ ਬੰਧਨ ਤੋਂ ਮੁਕਤ ਕਰਾਉਣ ਦੀ ਇੱਛਾ ਪੈਦਾ ਹੋ ਗਈ। ਮਾਤਾ ਦੇ ਮਨਾ ਕਰਨ ਤੇ ਵੀ ਨਹੀਂ ਰੁਕੇ। ਆਪਣੇ ਆਤਮਿਕ ਗਿਆਨ ਤੇ ਵਿਸ਼ਵਾਸ ਕਰਦਿਆਂ ਹੋਇਆਂ ਕਿਹਾ ਕਿ ਤੂੰ ਐ ਮਾਤਾ ਸੰਸਾ ਨਾ ਕਰ। ਰਾਜਾ ਮੈਨੂੰ ਵੀ ਕੈਦ ਕਰ ਲਵੇ, ਐਸਾ ਨਹੀਂ ਹੋ ਸਕਦਾ। ਆਪਣੇ ਮਾਮੇ ਸਵੇਤ ਕੀਤੂ ਨੂੰ ਨਾਲ ਲੈ ਕੇ ਅਸ਼ਟਾਵਕਰ ਮਿਥਿਲਾਪੁਰੀ ਨੂੰ ਚੱਲ ਪਿਆ। ਜਦੋਂ ਰਾਜੇ ਦੇ ਦਵਾਰੇ ਤੇ ਪਹੁੰਚੇ ਤਾਂ ਪਹਿਰੇਦਾਰ ਨੇ ਰੋਕ ਲਿਆ ਤੇ ਪੁੱਛਿਆ ਕਿ ਕਿੱਥੇ ਜਾਣਾ ਹੈ। ਅਸ਼ਟਾਵਕਰ ਕਹਿਣ ਲੱਗਾ ਕਿ ਰਾਜੇ ਨੂੰ ਗਿਆਨ ਕਰਾਉਣ ਆਇਆ ਹਾਂ, ਰਾਜੇ ਨੂੰ ਗਿਆਨ ਕਰਾਉਣ ਜਾ ਰਹੇ ਹਾਂ। ਰਾਜੇ ਨੇ ਵਿਦਵਾਨਾਂ ਦੀ ਸਭਾ ਵਿੱਚ ਇਸ ਨੂੰ ਅੰਦਰ ਸੱਦਿਆ। ਸਭਾ ਵਿੱਚ ਅਸ਼ਟਾਵਕਰ ਜੀ ਪਹੁੰਚੇ। ਇਹਨਾਂ ਦੇ ਸਰੀਰ ਵਿੱਚ 8 ਵਾਲ ਪੈਂਦੇ ਸਨ। ਇਹਨਾਂ 8 ਅੰਗਾਂ 8 ਵਾਲਾਂ ਦੇ ਕਰਕੇ ਇਹਨਾਂ ਦਾ ਨਾਮ ਅਸ਼ਟਾਵਕਰ ਪ੍ਰਸਿੱਧ ਹੋਇਆ ਸੀ। ਇਸ ਦੇ ਐਸੇ ਸਰੀਰ ਨੂੰ ਦੇਖ ਕੇ ਸਭ ਰਿਸ਼ੀ ਮੁਨੀ ਵਿਦਵਾਨ ਹੱਸ ਪਏ। ਆਪਣੇ ਆਸਣ ਤੇ ਬੈਠ ਕੇ ਰਾਜੇ ਨੂੰ ਪੁੱਛਿਆ ਕਿ ਇਹ ਸਭਾ ਕਿਸ ਦੀ ਹੈ। ਤਾਂ ਰਾਜਾ ਕਹਿਣ ਲੱਗਾ, ਜੀ ਇੱਥੇ ਵਿਦਵਾਨ ਰਿਸ਼ੀ ਮੁਨੀ ਪਹੁੰਚੇ ਹੋਏ ਨੇ, ਵਿਦਵਾਨਾਂ ਦੀ ਸਭਾ ਹੈ। ਅਸ਼ਟਾਵਕਰ ਜੀ ਕਹਿਣ ਲੱਗੇ ਕਿ ਇਹ ਵਿਦਵਾਨਾਂ ਦੀ ਨਹੀਂ, ਇਹ ਤੇ ਚਮਾਰਾਂ ਦੀ ਸਭਾ ਹੈ, ਕਿਉਂਕਿ ਇਹਨਾਂ ਨੇ ਮੇਰੇ ਚੰਮ ਦੀ ਪਰਖ ਕੀਤੀ ਹੈ। ਇਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਕਿ ਇਹ ਛੋਟੀ ਉਮਰ ਦਾ ਕੈਸਾ ਬੁੱਧੀਮਾਨ ਬਾਲਕ ਰਿਸ਼ੀ ਹੈ। ਸਾਰੇ ਇਕਾਗਰ ਮਨ ਹੋ ਕੇ ਅਸ਼ਟਾਵਕਰ ਦੀ ਗੱਲ ਸੁਣਨ ਲੱਗੇ। ਅਸ਼ਟਾਵਕਰ ਜੀ ਨੇ ਮਹਾਰਾਜੇ ਜਨਕ ਨੂੰ ਪ੍ਰਸ਼ਨ ਕਰਨ ਦੀ ਆਗਿਆ ਦਿੱਤੀ। ਉਸਨੇ ਪਿਛਲੇ ਰਟਣ ਦੀ ਤਰ੍ਹਾਂ
ਫਿਰ ਉਹੀ ਸਵਾਲ ਕੀਤਾ, ਜੇ ਸੱਚ ਕਿ ਵੋ ਸੱਚ ਦਾ ਬਚਨ ਜਦੋਂ ਬੋਲਿਆ, ਗੁਪਤ ਰੀਤ ਦੇ ਪ੍ਰਸ਼ਨ ਦਾ ਉੱਤਰ ਗੁਪਤ ਰੀਤ ਵਿੱਚ ਦਿੰਦਿਆਂ ਹੋਇਆਂ ਅਸ਼ਟਾਵਕਰ ਨੇ ਕਿਹਾ, ਨਾ ਜੇ ਸੱਚ ਨਾ ਵੋ ਸੱਚ। ਰਾਜੇ ਜਨਕ ਨੇ ਕਿਹਾ, ਮਹਾਰਾਜ ਮੈਂ ਸਮਝਿਆ ਨਹੀਂ। ਅਸ਼ਟਾਵਕਰ ਜੀ ਨੇ ਕਿਹਾ ਕਿ ਹੇ ਰਾਜਨ, ਤੂੰ ਲੱਜਾ ਦੇ ਕਾਰਨ ਵਿਦਵਾਨਾਂ ਦੇ ਕੋਲੋਂ ਛੁਪਾ ਕੇ ਪ੍ਰਸ਼ਨ ਕਰਦਾ ਹੈ, ਜਿਸ ਕਾਰਨ ਕੋਈ ਵਿਦਵਾਨ ਉੱਤਰ ਨਹੀਂ ਦੇ ਸਕਿਆ। ਵਰਨਾ ਤੇਰੀ ਸਭਾ ਦੇ ਵਿੱਚ ਏਡੇ ਏਡੇ ਵਿਦਵਾਨ ਉਪਸਥਿਤ ਹਨ, ਵਿਦਵਾਨ ਤੇਰੇ ਪ੍ਰਸ਼ਨ ਦਾ ਉੱਤਰ ਦੇਣ ਲਈ ਸਮਰੱਥ ਹਨ। ਕਸੂਰ ਤੇਰਾ ਤੇ ਤੇਰੇ ਕੈਦ ਕੀਤੇ ਵਿਦਵਾਨਾਂ ਦਾ ਨਹੀਂ, ਤੇ ਕਸੂਰ ਤੇਰਾ ਹੀ ਹੈ। ਇਸ ਦਾ ਪਾਪ ਵੀ ਤੇਰੇ ਜਿੰਮੇ ਹੈ, ਜਿਸ ਦਾ ਤੈਨੂੰ ਪਛਤਾਪ ਕਰਨਾ ਪਵੇਗਾ। ਰਹੀ ਗੱਲ ਤੇਰੇ ਪ੍ਰਸ਼ਨ ਦੇ ਉੱਤਰ ਦੀ, ਜੇ ਤੂੰ ਆਪਣਾ ਪ੍ਰਸ਼ਨ ਪ੍ਰਗਟ ਨਹੀਂ ਕੀਤਾ ਤਾਂ ਮੈਂ ਤੇਰੇ ਗੁਪਤ ਪ੍ਰਸ਼ਨ ਨੂੰ ਸਾਰੇ ਵਿਦਵਾਨਾਂ ਦੇ ਵਿੱਚ ਪ੍ਰਗਟ ਕਰਦਾ ਹਾਂ। ਇਹ ਵਿਦਵਾਨੋ ਰਿਸ਼ੀਓ, ਰਾਜੇ ਨੂੰ ਅੱਜ ਤੋਂ 8 ਵਰ੍ਹੇ ਪਹਿਲਾਂ ਇੱਕ ਭਿਆਨਕ ਸੁਪਨਾ ਆਇਆ ਸੀ। ਉਸ ਸੁਪਨੇ ਦੀ ਸਾਰੀ ਵਾਰਤਾ ਅਸ਼ਟਾਵਕਰ ਨੇ ਕਹਿ ਕੇ ਸੁਣਾਈ, ਜਿਸ ਨੂੰ ਸੁਣ ਕੇ ਰਾਜਾ ਅਚਰਜ ਹੋ ਗਿਆ ਕਿ ਰਿਸ਼ੀ ਪੁੱਤਰ ਕਿੰਨਾ ਅੰਤਰਜਾਮੀ ਤੇ ਗਿਆਨਵਾਨ ਹੈ। ਅਸ਼ਟਾਵਕਰ ਜੀ ਨੇ ਦੱਸਿਆ ਕਿ ਰਾਜਨ, ਕਿ ਤੂੰ ਜਿਹੜੇ ਉਦੋਂ ਦਾ ਜਾਗਰਤ ਹੈ, ਇਹ ਜਿਹੜਾ ਸੁਪਨੇ ਦਾ ਤੈਨੂੰ ਭਰਮ ਪਿਆ ਹੋਇਆ ਹੈ, ਉਦੋਂ ਦਾ ਜਾਗਰਤ ਸੁਪਨੇ ਦਾ ਤੈਨੂੰ ਭਰਮ ਪਿਆ ਹੋਇਆ ਹੈ। ਰਾਜਾ ਸੱਚ ਦੀ ਤਲਾਸ਼ ਵਿੱਚ ਸੀ। ਰਾਜਾ ਸੱਚ ਦੀ ਤਲਾਸ਼ ਵਿੱਚ, ਦੋਹਾਂ ਵਿੱਚੋਂ ਵੀ ਕਿਹੜਾ ਸੱਚ ਹੈ, ਕਿ ਇਹ ਸੱਚ ਹੈ ਕਿ ਉਹ ਸੱਚ ਹੈ। ਜਿਸ ਦਾ ਮੈਂ ਜਥਾਰਥ ਉੱਤਰ ਹੈ ਜਿਹੜਾ ਇਹ ਦਿੱਤਾ ਕਿ ਨਾ ਜੇ ਸੱਚ ਹੈ ਤੇ ਨਾ ਉਹ ਸੱਚ ਹੈ। ਤੇਰੇ ਪ੍ਰਸ਼ਨ ਦਾ ਮੈਂ ਉੱਤਰ ਦਿੱਤਾ ਹੈ। ਇਸ ਸਿਧਾਂਤ ਨੂੰ ਗੁਰਬਾਣੀ ਵਿੱਚ ਵੀ ਦਰਸਾਇਆ ਗਿਆ। ਗੁਰੂ ਸਾਹਿਬ ਜੀ ਬਿਲਾਵਲ ਰਾਗ ਦੇ ਵਿੱਚ ਦੱਸਦੇ ਹਨ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟਮਾਨ ਸਭ ਵਿਨਸੀ ਹੈ, ਕਿਆ ਲੱਗ ਹੈ ਗਵਾਰ। ਸੋ ਵਾਸਤਵ ਦੇ ਵਿੱਚ ਜਾਗਰਤ ਸੁਪਨ ਦੋਨੋਂ ਹੀ ਨਾਸਵਨ ਹਨ। ਜਿਸ ਤਰ੍ਹਾਂ ਜਾਗਰਤ ਵਿੱਚ ਸੁਪਨੇ ਦੇ ਸੰਬੰਧੀਆਂ ਦਾ ਅਭਾਵ ਹੁੰਦਾ ਹੈ, ਸੁਪਨੇ ਵਿੱਚ ਜਾਗਰਤ ਦੇ ਸੰਬੰਧੀਆਂ ਅਤੇ ਪਦਾਰਥਾਂ ਦਾ ਅਭਾਵ ਹੁੰਦਾ ਹੈ। ਇੱਕ ਅਵਸਥਾ ਦੂਜੀ ਅਵਸਥਾ ਨੂੰ ਮਿੱਥਿਆ ਸਿੱਧ ਕਰਦੀ ਹੈ। ਸੁਖੋਪਤੀ ਵਿੱਚ ਦੋਵੇਂ ਮਿੱਥਿਆ ਸਿੱਧ ਹੋ ਜਾਂਦੇ ਹਨ। ਤੁਰੀਆ ਅਵਸਥਾ ਵਿੱਚ ਜਾਗਰਤ, ਸੁਪਨ, ਸੁਖੋਪਤੀ ਤਿੰਨੇ ਮਿੱਥਿਆ ਸਿੱਧ ਹੋ ਜਾਂਦੇ ਹਨ। ਸੋ ਮਹਾਰਾਜੇ ਜਨਕ ਨੂੰ ਤੁਰੀਆ ਪਦ ਲਿਜਾਣ ਵਾਸਤੇ ਇੱਕ ਬੜੀ ਸਧਾਰਨ ਜੀ ਉਦਾਹਰਨ ਦੇ ਕੇ ਦੋਨਾਂ ਹੀ ਅਵਸਥਾ ਨੂੰ ਮਿੱਥਿਆ ਸਿੱਧ ਕੀਤਾ ਅਸ਼ਟਾਵਕਰ ਜੀ ਨੇ। ਅਸ਼ਟਾਵਕਰ ਜੀ ਕਹਿਣ ਲੱਗੇ, ਹੈ ਰਾਜਨ, ਮੈਨੂੰ ਇੱਕ ਪ੍ਰਸ਼ਨ ਦਾ ਉੱਤਰ ਦੇਣਾ ਕਰ ਕਿ ਦੋ ਮਨੁੱਖ ਸਨ, ਦੋਹਾਂ ਦੀ ਖੁਰਾਕ ਸੇਰ ਸੱਤੂ ਹਰ ਰੋਜ਼ ਦੀ ਹੈ। ਇੱਕ ਕੋਲ ਸੇਰ ਸੱਤੂ ਸਨ ਅਤੇ ਦੂਜੇ ਕੋਲ 40 ਸੇਰ। ਹੁਣ ਇਹ ਦੱਸ ਕਿ ਕਿਸ ਦੇ ਸੱਤੂ ਮੁੱਕੇ ਅਤੇ ਕਿਸ ਦੇ ਨਹੀਂ ਮੁੱਕੇ। ਤਾਂ ਰਾਜੇ ਜਨਕ ਨੇ ਉੱਤਰ ਦਿੱਤਾ, ਮਹਾਰਾਜ ਇਹ ਤਾਂ ਸਿੱਧੀ ਜੀ ਗੱਲ ਹੈ ਕਿ ਸੱਤੂ ਦੋਨਾਂ ਦੇ ਹੀ ਮੁੱਕੇ। ਸਿਰਫ ਫਰਕ ਇਤਨਾ ਕੁ ਹੈ ਕਿ ਸੇਰ ਸੱਤੂ ਵਾਲੇ ਦੇ ਇੱਕ ਦਿਨ ਵਿੱਚ ਹੀ ਮੁੱਕ ਗਏ ਅਤੇ 40 ਸੇਰ ਵਾਲੇ ਦੇ 40ਵੇਂ ਦਿਨ। ਇੱਕ ਦਿਨ ਅਤੇ 40 ਦਿਨ ਦਾ ਸਿਰਫ ਸਮੇਂ ਦਾ ਫਰਕ ਹੈ। ਜਿੱਥੋਂ ਤੱਕ ਸੱਤੂਆਂ ਦੇ ਖਤਮ ਹੋਣ ਦੀ ਗੱਲ ਹੈ, ਖਤਮ ਤੇ ਦੋਨਾਂ ਦੇ ਹੀ ਹੋ ਗਏ। ਤਾਂ ਅਸ਼ਟਾਵਕਰ ਜੀ ਨੇ ਕਿਹਾ ਕਿ ਹੇ ਰਾਜਨ, ਧਿਆਨ ਕਰ। ਇਸੇ ਤਰ੍ਹਾਂ ਰਾਤ ਦਾ ਸੁਪਨਾ ਸੇਰ ਸੱਤੂਆਂ ਦੀ ਨਿਆਈ ਹੈ ਅਤੇ ਜਾਗਰਤ ਸੁਪਨਾ 40 ਸੇਰ ਸੱਤੂਆਂ ਦੀ ਨਿਆਈ ਹੈ। ਜਿੱਥੋਂ ਤੱਕ ਮਿੱਥਿਆ ਦਾ ਸਵਾਲ ਹੈ, ਦੋਨੇ ਮਿੱਥਿਆ ਰੂਪ ਹਨ। ਫਿਰ ਰਾਜੇ ਦੀ ਇਹ ਗੱਲ ਸੁਣ ਕੇ ਇਹ ਗੱਲ ਸੀ ਕਿ ਮੈਨੂੰ ਕੋਈ ਘੋੜੇ ਪਰ ਚੜ੍ਹਦਿਆਂ ਗਿਆਨ ਕਰਵਾਵੇ। ਰਾਜੇ ਨੇ ਆਖਿਆ ਅਸ਼ਟਾਵਕਰ ਜੀ ਨੂੰ
ਕਿ ਮੈਨੂੰ ਘੋੜੇ ਉੱਪਰ ਚੜ੍ਹਦਿਆਂ ਚੜ੍ਹਦਿਆਂ ਗਿਆਨ ਹੋਣਾ ਚਾਹੀਦਾ ਹੈ, ਮੈਂ ਫਿਰ ਉਸ ਨੂੰ ਗੁਰੂ ਮੰਨਾਂਗਾ। ਤਾਂ ਅਸ਼ਟਾਵਕਰ ਜੀ ਨੇ ਕਿਹਾ ਕਿ ਪਹਿਲਾਂ ਗੁਰੂ ਦਸ਼ਨਾ ਦੇਣ ਦੀ ਸ਼ਾਸਤਰ ਮਰਜ਼ਾਦਾ ਪੂਰੀ ਕਰ, ਗੁਰੂ ਤੈਨੂੰ ਮਿਲ ਜਾਏਗਾ। ਪਰ ਜਿਹੜੀ ਦਾਨ ਦਕਸ਼ਨਾ ਦੇਣੀ ਹੈ, ਸ਼ਾਸਤਰਕ ਜਿਹੜੀ ਮਰਜ਼ਾਦਾ ਹੈ ਉਹਨੂੰ ਪੂਰੀ ਕਰ। ਕਹਿੰਦੇ ਜੀ ਕੀ ਮਰਜ਼ਾਦਾ ਹੈ? ਅਸ਼ਟਾਵਕਰ ਜੀ ਆਖਣ ਲੱਗੇ ਤਨ ਮਨ ਧਨ ਤਿੰਨਾਂ ਚੀਜ਼ਾਂ ਵਿੱਚੋਂ ਗੁਰੂ ਨੂੰ ਕੁਝ ਨਾ ਕੁਝ ਸੌਂਪਣ ਦੀ ਮਰਜ਼ਾਦਾ ਹੈ। ਪਰ ਮੈਂ ਤੇਰੇ ਕੋਲੋਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਇੱਕੋ ਚੀਜ਼ ਹੀ ਮੰਗਾਂਗਾ। ਵੈਸੇ ਤੇ ਤਿੰਨੇ ਚੀਜ਼ਾਂ ਹੀ ਗੁਰੂ ਨੂੰ ਅਰਪਣ ਕਰਨੀਆਂ ਚਾਹੀਦੀਆਂ ਨੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤਿੰਨੇ ਚੀਜ਼ਾਂ ਗੁਰੂ ਨੂੰ ਅਰਪਣ ਕਰਨੀਆਂ ਚਾਹੀਦੀਆਂ ਨੇ। ਪਰ ਅਸ਼ਟਾਵਕਰ ਜੀ ਕਹਿਣ ਲੱਗੇ ਮੈਂ ਤੇਰੇ ਕੋਲੋਂ ਤਿੰਨਾਂ ਦੇ ਵਿੱਚੋਂ ਇੱਕ ਭੇਟਾ ਵੀ ਸਵੀਕਾਰ ਕਰ ਲਵਾਂਗਾ। ਹੁਣ ਤੂੰ ਦੱਸ ਕਿ ਤੂੰ ਕੀ ਦੇ ਕੇ ਰਾਜੀ ਹੈ। ਤਨ ਮਨ ਧਨ ਤਿੰਨੇ ਚੀਜ਼ਾਂ ਗੁਰੂ ਨੂੰ ਸੌਂਪਣ ਦੀ ਮਰਜ਼ਾਦਾ ਹੈ, ਪਰ ਮੈਂ ਤੇਰੇ ਕੋਲੋਂ ਤਿੰਨਾਂ ਵਿੱਚੋਂ ਇੱਕ ਚੀਜ਼ ਦੀ ਭੇਟਾ ਮੰਗਦਾ ਤੇ ਤੇਰੇ ਤੇ ਛੱਡਦਾ। ਜੋ ਤੂੰ ਖੁਸ਼ ਹੋ ਕੇ ਭੇਟ ਕਰਨੀ ਚਾਹੁੰਦਾ ਹੈ ਉਹ ਇੱਕ ਵਸਤੂ ਮੈਨੂੰ ਭੇਟ ਕਰ ਦੇ। ਰਾਜੇ ਨੇ ਮੰਤਰੀਆਂ ਅਤੇ ਰਾਣੀਆਂ ਦੇ ਨਾਲ ਸਲਾਹ ਕੀਤੀ ਤਾਂ ਮੰਤਰੀਆਂ ਨੇ ਕਿਹਾ ਜੇ ਧਨ ਸੌਂਪ ਦਿੱਤਾ ਇਸ ਰਿਸ਼ੀ ਨੂੰ ਤਾਂ ਰਾਜ ਭਾਗ ਸਾਰਾ ਚਲਿਆ ਜਾਣਾ ਹੈ, ਸਾਰਾ ਰਾਜ ਭਾਗ ਦਾ ਕੰਮ ਖੜ ਜਾਣਾ ਹੈ। ਮਾਇਆ ਦੇ ਨਾਲ ਹੀ ਸਾਰਾ ਰਾਜ ਭਾਗ ਚੱਲਦਾ ਹੈ। ਜੇ ਧਨ ਸੌਂਪ ਦਿੱਤਾ ਤੇ ਭਿਖਾਰੀ ਬਣ ਜਾਵਾਂਗੇ। ਰਾਜੇ ਨੇ ਸੋਚਿਆ ਕਿ ਫਿਰ ਜੇ ਤਨ ਦਿੱਤਾ ਤਾਂ ਰਾਣੀਆਂ ਨੇ ਰੌਲਾ ਪਾਇਆ ਕਿ ਨਹੀਂ ਅਸੀਂ ਤੇਰੇ ਬਿਨਾਂ ਨਹੀਂ ਰਹਿ ਸਕਦੀਆਂ, ਤੇਰੇ ਤਨ ਦੇ ਨਾਲ ਸਾਡਾ ਸੰਬੰਧ ਹੈ। ਬਾਕੀ ਕੇਵਲ ਤਿੰਨਾਂ ਵਿੱਚ ਇੱਕ ਹੀ ਬਚਿਆ ਸੀ, ਉਹ ਸੀ ਮਨ ਦਾ ਸੰਕਲਪ। ਰਾਜੇ ਜਨਕ ਨੇ ਮਨ ਦਾ ਸੰਕਲਪ ਅਸ਼ਟਾਵਕਰ ਜੀ ਨੂੰ ਕਰ ਦਿੱਤਾ ਕਿ ਅੱਜ ਤੋਂ ਮੇਰਾ ਮਨ ਤੁਹਾਡਾ ਹੋਇਆ। ਤੇ ਫਿਰ ਅਸ਼ਟਾਵਕਰ ਜੀ ਨੇ ਕਿਹਾ ਕਿ ਹੁਣ ਘੋੜੇ ਤੇ ਚੜ੍ਹਨਾ ਕਰ, ਤੈਨੂੰ ਗਿਆਨ ਦਿੰਨੇ ਆ। ਤੂੰ ਕਹਿਣਾ ਨਾ ਕਿ ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਗਿਆਨ ਹੋਣਾ ਚਾਹੀਦਾ ਹੈ, ਲਿਆ ਘੋੜਾ ਤੇ ਘੋੜੇ ਉੱਪਰ ਚੜ੍ਹ ਤੇ ਤੈਨੂੰ ਗਿਆਨ ਦਈਏ। ਅਸ਼ਟਾਵਕਰ ਜੀ ਨੇ ਇੱਕ ਸੁਰਤੀ ਬੋਲੀ ਬ੍ਰਹਮ ਸਤਯੰ ਜਗਤ ਮਿਥਯੰ। ਜਦੋਂ ਘੋੜੇ ਤੇ ਚੜ੍ਹਨ ਲੱਗਾ ਤਾਂ ਅਸ਼ਟਾਵਕਰ ਜੀ ਨੇ ਬਾਹੋਂ ਫੜ ਲਿਆ ਤੇ ਕਿਹਾ ਕਿ ਜਿਹੜਾ ਮਨ ਤੈਨੂੰ ਤੇ ਨਾਲ ਕਿਹਾ ਕਿ ਜਿਹੜਾ ਮਨ ਤੈਨੂੰ ਘੋੜੇ ਤੇ ਚੜ੍ਹਨ ਦੀ ਪ੍ਰੇਰਨਾ ਦੇ ਰਿਹਾ ਹੈ, ਤੂੰ ਕਹਿੰਦਾ ਨਾ ਕਿ ਮੈਂ ਆਪਣੇ ਮਨ ਦੇ ਨਾਲ ਇਸ ਘੋੜੇ ਤੇ ਚੜ੍ਹਨ ਲੱਗਿਆ। ਜਿਹੜਾ ਮਨ ਤੈਨੂੰ ਘੋੜੇ ਤੇ ਚੜ੍ਹਨ ਦੀ ਪ੍ਰੇਰਨਾ ਦੇਣ ਲੱਗਿਆ ਰਾਜਾ ਜਨਕ, ਇਹ ਮਨ ਤਾਂ ਤੂੰ ਮੈਨੂੰ ਅਰਪਣ ਕਰ ਚੁੱਕਿਆ ਹੈ, ਇਹ ਮਨ ਤੇ ਤੂੰ ਮੈਨੂੰ ਦੇ ਚੁੱਕਿਆ ਹੈ। ਗੁਰੂ ਨੂੰ ਅਰਪੀ ਹੋਈ ਵਸਤੂ ਗੁਰੂ ਦੀ ਹੁੰਦੀ ਹੈ, ਉਹ ਹੁਣ ਤੇਰੀ ਨਹੀਂ। ਤੂੰ ਕੌਣ ਹੁੰਦਾ ਹੈ ਇਸ ਨੂੰ ਵਰਤਣ ਵਾਲਾ। ਤਾਂ ਰਾਜੇ ਜਨਕ ਨੂੰ ਉਸੇ ਸਮੇਂ ਗਿਆਨ ਹੋ ਗਿਆ। ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੜ ਅਜਾਏ। ਸੋ ਇਉਂ ਭਰਮ ਦੇ ਪਰਦੇ ਖੋਲ੍ਹਣ ਵਾਸਤੇ ਗੁਰੂ ਦੀ ਲੋੜ ਹੁੰਦੀ ਹੈ। ਭਰਮ ਕੇ ਪਰਦੇ ਸਤਿਗੁਰ ਖੋਲੇ। ਅਸ਼ਟਾਵਕਰ ਜੀ ਨੇ ਰਾਜੇ ਜਨਕ ਨੂੰ ਇਸ ਤਰ੍ਹਾਂ ਗਿਆਨ ਕਰਵਾਇਆ ਜੀ।